लोग ਜਿਹੜੇ ਨੇ ਸੜਕਾਂ ਤੇ ਆ ਜਾਣੇ ਚਾਹੀਦੇ ਨੇ ਇੱਕ ਸਟੇਟ ਦੇ ਖਿਲਾਫ ਤਾਂ ਤਕਰੀਬਨ ਅਜੇ 2% ਤੋਂ ਵੀ ਘੱਟ ਨੇ। ਜਦੋਂ 5-6% ਲੋਕ ਸੜਕਾਂ ਤੇ ਆਉਂਦੇ ਨੇ ਫਿਰ ਬਹੁਤ ਵੱਡਾ ਜਿਹੜਾ ਕੋਈ ਸੰਘਰਸ਼ ਹੈ ਉਹਨੂੰ ਉਲੀਕਿਆ ਜਾ ਸਕਦਾ ਹੈ। ਦੂਜੇ ਦੇ ਘਰ ਨੂੰ ਅੱਗ ਲੱਗਦੀ ਅਸੀਂ ਤਮਾਸ਼ਾ ਦੇਖਦੇ ਹਾਂ, ਜਦੋਂ ਆਪਣੇ ਘਰ ਤੇ ਪੈਂਦੀ ਆ ਫਿਰ ਪਤਾ ਲੱਗਦਾ। ਕਿਤੇ ਉਹਨਾਂ ਲੋਕਾਂ 'ਚ ਨਹੀਂ ਹੈ ਕਿ ਦੇਖ ਰਹੇ ਤਮਾਸ਼ਾ ਦੇਖ ਰਹੇ ਨੇ ਕੀ ਆ, ਜਦੋਂ ਇਹਨਾਂ ਤੱਕ ਪਹੁੰਚੂਗੇ ਫਿਰ ਕੀ ਸੋਚਣਗੇ। ਦੀ ਗਾਹੇ ਵਿਖਾਹੇ ਕੋਈ ਕਿਸਾਨ ਖੁਦਕੁਸ਼ੀ ਕਰਦਾ ਸੀਗਾ ਤਾਂ ਸਾਡੇ ਵਾਸਤੇ ਸਿਰਫ ਖਬਰਾਂ ਦੀ ਸੁਰਖੀ ਹੁੰਦੀ ਸੀ। ਕਿੰਨੀਆਂ ਕੁ ਕਿਸਾਨ ਜਥੇਬੰਦੀਆਂ ਸੀ ਜਿਹੜੀਆਂ ਉਦੋਂ ਸੜਕਾਂ ਤੇ ਆਉਂਦੀਆਂ ਸੀ। ਕਿੰਨਾ ਚਿਰ ਤੱਕ ਅਸੀਂ ਬਾਰ-ਬਾਰ ਖੈਰਾਤ ਲੈਣ ਦੀ ਜਾਂ ਭੀਖ ਲੈਣ ਦੀ ਲੜਾਈ ਲੜਾਂਗੇ। ਇਹਦੇ ਤੋਂ ਬਿਹਤਰ ਨਹੀਂ ਹੈ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ। ਤੇ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਸੂਬਿਆਂ ਦੇ ਵਿੱਚ ਇੱਕ ਬਹੁਤ ਵੱਡਾ ਬਗਾਵਤ ਦਾ ਰੁਖ ਜਿਹੜਾ ਤਿਆਰ ਹੋਵੇਗਾ, ਕਿਉਂਕਿ ਕੋਈ ਵੀ ਸੂਬਾ ਨਹੀਂ ਚਾਹੁੰਦਾ ਕਿ ਉਹਦੇ ਸਟੇਟ ਦੇ ਵਿੱਚ ਜਿਹੜਾ ਇੱਕ ਵੱਖਰਾ ਸੱਭਿਆਚਾਰ ਆ ਉਹ ਕਿਸੇ ਤਰ੍ਹਾਂ ਜਿਹੜਾ ਵਾ ਉਹ ਸਟੇਟ ਦੇ ਉਸ ਇੱਕ ਖਾਸ ਹਿੰਦੂਤਵ ਦੇ ਢਾਂਚੇ ਵਿੱਚ ਦਬ ਜਾਵੇ। ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਸ਼ਹਿਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਅੱਜ ਤੀਸਰਾ ਧਰਨਾ ਦਿੱਤਾ ਜਾ ਰਿਹਾ ਫਗਵਾੜਾ ਦੇ ਵਿੱਚ। ਤੇ ਇੱਥੇ ਪਹੁੰਚਣਾ ਸੁਖਪ੍ਰੀਤ ਸਿੰਘ ਜੀ ਉਦਕੇ ਜੋ ਪ੍ਰਚਾਰਕ ਨੇ, ਗੱਲ ਕਰਦੇ ਨੇ। ਸਰ, ਹੁਣ ਤੱਕ ਜਿਹੜਾ ਸੰਘਰਸ਼ ਚੱਲਿਆ ਕਿਸਾਨਾਂ ਦਾ ਕਿਵੇਂ ਦੇਖਦੇ ਹੋ? ਕੇਂਦਰ ਸਰਕਾਰ ਵੱਲੋਂ ਲਗਾਤਾਰ ਹੋਰ ਅੱਗੇ ਸਖਤੀ ਵਰਤੀ ਜਾ ਰਹੀ ਹੈ ਪੰਜਾਬ ਦੇ ਖਿਲਾਫ, ਕਿਵੇਂ ਦੇਖਦੇ? ਵੇਖੋ ਵੀਰ ਜੀ, ਪਹਿਲੀ ਗੱਲ ਤਾਂ ਇਹ ਸੰਘਰਸ਼ ਜੇ ਪੰਜਾਬ ਦੇ ਵੀ ਮੈਂ ਕਹਿੰਦਾ ਕਿ ਪ੍ਰਾਇਮਰੀ ਫੇਜ਼ ਦੇ ਵਿੱਚ ਆ, ਕਿਉਂਕਿ ਜਦੋਂ ਇੱਕ ਸਟੇਟ ਦੀ ਪਾਪੂਲੇਸ਼ਨ ਦਾ ਤੁਸੀਂ ਅਨੁਪਾਤ ਵੇਖਦੇ ਹੋ ਕਿ ਕਿੰਨੇ ਕੁ ਲੋਕ ਜਿਹੜੇ ਨੇ ਸੜਕਾਂ ਤੇ ਆ ਜਾਣੇ ਚਾਹੀਦੇ ਨੇ ਇੱਕ ਸਟੇਟ ਦੇ ਖਿਲਾਫ ਤਾਂ ਤਕਰੀਬਨ ਅਜੇ 2% ਤੋਂ ਵੀ ਘੱਟ ਨੇ। ਜਦੋਂ 5-6% ਲੋਕ ਸੜਕਾਂ ਤੇ ਆਉਂਦੇ ਨੇ ਫਿਰ ਬਹੁਤ ਵੱਡਾ ਜਿਹੜਾ ਕੋਈ ਸੰਘਰਸ਼ ਹੈ ਉਹਨੂੰ ਉਲੀਕਿਆ ਜਾ ਸਕਦਾ ਹੈ। ਪਰ ਫਿਰ ਵੀ ਜਿੰਨੀ ਕੁ ਪੰਜਾਬ ਦੀ ਜਨਸੰਖਿਆ ਉਹਦੇ ਹਿਸਾਬ ਦੇ ਨਾਲ ਜਿੰਨੇ ਕੁ ਲੋਕ ਸੜਕਾਂ ਦੇ ਉੱਪਰ ਆਏ ਨੇ ਉਹਦੇ ਤੋਂ ਇਹ ਤਾਂ ਇੱਕ ਉਮੀਦ ਜਾਗੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ 'ਚ ਇਹ ਚੇਤਨਤਾ ਜਾਂ ਇਹ ਜਾਗਰੂਕਤਾ ਹੈ ਕਿ ਜੇਕਰ ਸਟੇਟ ਦੇ ਵੱਲੋਂ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਜਿਹੜੇ ਨੇ ਉਹ ਲਿਆਂਦੇ ਜਾਂਦੇ ਨੇ ਤੇ ਪੰਜਾਬ ਦੇ ਲੋਕ ਜਾਗਰੂਕ ਨੇ ਕਿ ਉਹ ਸਟੇਟ ਦੇ ਖਿਲਾਫ ਜਿਹੜੇ ਆ ਉਹ ਕਿਤੇ ਨਾ ਕਿਤੇ ਆਵਾਜ਼ ਬੁਲੰਦ ਕਰਨਗੇ। ਜਿੱਥੋਂ ਤੱਕ ਸਟੇਟ ਦੀਆਂ ਸਖਤੀਆਂ ਦੀ ਗੱਲ ਆ ਤੇ ਮੈਨੂੰ ਇੰਝ ਲੱਗਦਾ ਕਿ ਸੰਘਰਸ਼ ਇਸ ਵੇਲੇ ਜਿਸ ਫੇਜ਼ ਦੇ ਵਿੱਚ ਆ ਸਟੇਟ ਦੇ ਪ੍ਰਤੀ, ਕੇਂਦਰ ਦੀਆਂ ਨੀਤੀਆਂ ਦੇ ਪ੍ਰਤੀ, ਜਿਸ ਤਰ੍ਹਾਂ ਦਾ ਲੋਕਾਂ ਦੇ 'ਚ ਰੋਹ ਅੱਜ ਦੇ ਸਮੇਂ ਦੇ ਵਿੱਚ ਕੋਈ ਸਖਤੀ ਵਾਲਾ ਕਦਮ ਉਠਾਇਆ ਜਾਂਦਾ ਤੇ ਸਟੇਟ ਦੇ ਹਿੱਤ ਦੇ ਵਿੱਚ ਨਹੀਂ ਹੋਊਗਾ। ਤੁਸੀਂ ਦੱਸਿਆ 2% ਲੋਕ ਜਾਗਰੂਕ ਹੋਏ ਆ, ਇਹ ਉਹ ਗੱਲ ਹੋ ਗਈ ਕਹਿੰਦੇ ਜਦੋਂ ਦੂਜੇ ਦੇ ਘਰ ਨੂੰ ਅੱਗ ਲੱਗਦੀ ਅਸੀਂ ਤਮਾਸ਼ਾ ਦੇਖਦੇ ਹਾਂ, ਜਦੋਂ ਆਪਣੇ ਘਰ ਤੇ ਪੈਂਦੀ ਆ ਫਿਰ ਪਤਾ ਲੱਗਦਾ। ਕਿਤੇ ਉਹਨਾਂ ਲੋਕਾਂ 'ਚ ਨਹੀਂ ਹੈ ਕਿ ਦੇਖ ਰਹੇ ਤਮਾਸ਼ਾ ਦੇਖ ਰਹੇ ਨੇ ਕੀ ਆ, ਜਦੋਂ ਇਹਨਾਂ ਤੱਕ ਪਹੁੰਚੂਗੇ ਫਿਰ ਕੀ ਸੋਚਣਗੇ। ਇਹ ਤਾਂ ਕਿਸਾਨੀ ਸੰਘਰਸ਼ ਹੀ ਇਸ ਗੱਲ ਦੀ ਮਿਸਾਲ ਹੈ ਕਿ ਕਦੀ ਗਾਹੇ ਵਿਖਾਹੇ ਕੋਈ ਕਿਸਾਨ ਖੁਦਕੁਸ਼ੀ ਕਰਦਾ ਸੀਗਾ ਤਾਂ ਸਾਡੇ ਵਾਸਤੇ ਸਿਰਫ ਖਬਰਾਂ ਦੀ ਸੁਰਖੀ ਹੁੰਦੀ ਸੀ। ਕਿੰਨੀਆਂ ਕੁ ਕਿਸਾਨ ਜਥੇਬੰਦੀਆਂ ਸੀ ਜਿਹੜੀਆਂ ਉਦੋਂ ਸੜਕਾਂ ਤੇ ਆਉਂਦੀਆਂ ਸੀ ਕਿ ਕਿਸਾਨ ਨੇ ਜਿਹੜੀ ਖੁਦਕੁਸ਼ੀ ਕੀਤੀ ਆ, ਭਾਵੇਂ ਕਿ ਉਹਦੀ ਖੁਦਕੁਸ਼ੀ ਦਾ ਕਾਰਨ ਵੀ ਹਾਲਾਤਾਂ ਦੀ ਜਾਂ ਆਰਥਿਕ ਮੰਦੀ ਹੁੰਦੀ ਸੀਗੀ। ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਹੁਣ ਇਹ ਪਤਾ ਲੱਗਾ ਕਿ ਸਾਰਿਆਂ ਦੀ ਥਾਲੀ 'ਚ ਲੱਤ ਵੱਜਣੀ ਆ ਜਾਂ ਇਹ ਆਰਥਿਕ ਸੱਟ ਸਾਰਿਆਂ ਦੇ ਉੱਪਰ ਵੱਜ ਰਹੀ ਹੈ ਤਾਂ ਸਾਰੇ ਸੜਕਾਂ ਦੇ ਉੱਪਰ ਆ ਗਏ ਨੇ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅਜੇ ਇਹ ਸਾਨੂੰ ਅੱਗ ਦੂਸਰੇ ਘਰ ਦੇ ਵਿੱਚ ਮਹਿਸੂਸ ਹੋ ਰਹੀ ਸੀ, ਹੁਣ ਸਾਡੇ ਆਪਣੇ ਘਰਾਂ 'ਚ ਆ ਰਹੀ ਹੈ ਤੇ ਅਸੀਂ ਸਾਰੇ ਸੜਕਾਂ ਦੇ ਉੱਪਰ ਆ ਗਏ। ਕੀ ਇਸ ਨੂੰ ਤੁਸੀਂ ਪੰਜਾਬ ਦੀ ਤਰਾਸਦੀ ਨਹੀਂ ਮੰਨਦੇ ਕਿ ਲੋਕ ਜਿਹੜੇ ਹਾਲੇ ਤੱਕ ਦੇਖ ਰਹੇ ਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਉੱਤੇ, ਅੱਗੇ ਵਿਦਿਆਰਥੀਆਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਆ ਸਖਤ, ਲਗਾਤਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ, ਕਿਵੇਂ ਦੇਖਦੇ? ਬਿਲਕੁਲ ਵੀਰ ਜੀ, ਜੇਕਰ ਤੁਸੀਂ ਇਹਨੂੰ ਸਮੁੱਚੇ ਰੂਪ ਦੇ ਵਿੱਚ ਵੇਖਦੇ ਹੋ ਤਾਂ ਇਹ ਟ੍ਰੈਜਡੀ ਬਿਲਕੁਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਸੜਕਾਂ ਦੇ ਉੱਪਰ ਹੈ। ਪੰਜਾਬ ਦਾ ਇੱਕ ਵੱਡਾ ਵਰਗ ਜਿਹੜਾ, ਚਾਹੇ ਉਸ ਨੂੰ ਤੁਸੀਂ ਕੌਮੀਅਤ ਜਾਂ ਧਰਮ ਦੇ ਨਾਂ ਤੋਂ ਨਾ ਵੇਖੋ, ਚਾਹੇ ਸਨਅਤਕਾਰ ਸਿੱਖ ਹੈ, ਚਾਹੇ ਵੱਡਾ ਸਨਅਤਕਾਰ ਹਿੰਦੂ ਵੀਰ ਹੈ, ਉਹ ਅਜੇ ਤੱਕ ਸੜਕਾਂ ਦੇ ਉੱਪਰ ਨਹੀਂ ਆਇਆ। ਉਹਦੇ ਤੋਂ ਇੰਜ ਮਹਿਸੂਸ ਹੋ ਰਿਹਾ ਕਿ ਜਿਵੇਂ ਉਹ ਆਪਣੇ ਆਪ ਨੂੰ ਇਸ ਸੰਘਰਸ਼ ਤੋਂ ਵੱਖਰਾ ਕਰਕੇ ਵੇਖ ਰਿਹਾ, ਪਰ ਉਹ ਇਹ ਨਹੀਂ ਸਮਝ ਰਿਹਾ ਕਿ ਜਦੋਂ ਪੰਜਾਬ ਦੀ ਆਰਥਿਕਤਾ ਦੇ ਉੱਪਰ ਸੱਟ ਵੱਜੇਗੀ ਤੇ ਜਿਹੜੇ ਵੱਡੇ ਕਾਰਪੋਰੇਟ ਸੈਕਟਰ ਨੇ ਜਦੋਂ ਉਹ ਪੰਜਾਬ ਦੀ ਆਰਥਿਕਤਾ ਦੇ ਉੱਪਰ ਕਾਬਜ਼ ਹੋਣਗੇ ਤਾਂ ਜਿਹੜੀ ਪਹਿਲੀ ਸੈੱਟ ਹੈ ਉਹ ਉਹਨਾਂ ਦੇ ਛੋਟੇ ਦੁਕਾਨਦਾਰ ਨੂੰ ਜਾਂ ਛੋਟੇ ਆੜਤੀ ਵਰਗ ਨੂੰ ਹੀ ਵੱਜੇਗੀ, ਜਿਹਦੇ ਕਰਕੇ ਬਹੁਤ ਸਾਰਾ ਨੁਕਸਾਨ ਹੋਵੇਗਾ। ਕਿਵੇਂ ਦੇਖਦੇ ਹੋ ਕਿ ਸਟੇਜਾਂ ਤੇ ਵੀ ਲਗਾਤਾਰ ਸਪੀਚ ਦਿੱਤੀ ਜਾ ਰਹੀ ਆ ਮਾਹਰਾਂ ਵੱਲੋਂ ਜਾਂ ਸਿਆਸੀ ਮਾਹਰਾਂ ਵੱਲੋਂ ਕਿ ਇਹ ਹੁਣ ਲੜਾਈ ਸਿਰਫ ਖੇਤੀ ਕਾਨੂੰਨਾਂ ਦੀ ਨਹੀਂ ਰਹਿ ਗਈ, ਇਹ ਹੋਂਦ ਨੂੰ ਬਚਾਉਣ ਦੀ, ਪੰਜਾਬ ਦੀ ਹੋਂਦ ਖਤਰੇ ਦੇ ਵਿੱਚ? ਐਕਚੁਅਲੀ ਉਹ ਇਸ ਕਰਕੇ ਆ ਗਈ ਹੈ ਕਿ ਬਾਰ-ਬਾਰ ਜਦੋਂ ਕੇਵਲ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਦੀ ਗੱਲ ਕੀਤੀ ਜਾਂਦੀ ਸੀ ਜਾਂ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕੀਤੀ ਜਾਂਦੀ ਸੀ ਤਾਂ ਸਟੇਟ ਦੇ ਵੱਲੋਂ ਕੀ ਹੁੰਦਾ ਸੀਗਾ ਕਿ ਕੁਝ ਰਿਆਇਤਾਂ ਦੇ ਕੇ 10-12 ਸਾਲ ਲਈ ਉਹ ਸੰਘਰਸ਼ ਨੂੰ ਠੱਪ ਕਰ ਦਿੱਤਾ ਜਾਂਦਾ ਸੀ। ਇਸ ਵੇਲੇ ਬਾਰ-ਬਾਰ ਸਟੇਟ ਦੇ ਜਿਹੜੇ ਵਸਾ ਖਾਤੇ ਸੀ ਇਹਨਾਂ ਦੀ ਦੁਹਰਾਅ ਦੇ ਵਿੱਚੋਂ ਇੱਕ ਗੱਲ ਜ਼ਰੂਰ ਨਿਕਲੀ ਹੈ ਬੜੀ ਅਹਿਮ, ਉਹ ਇਹ ਗੱਲ ਜਿਹੜੀ ਨਿਕਲੀ ਹੈ ਵੀ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨ ਨੇ, ਜਾਗਰੂਕ ਵਰਗ ਨੇ, ਛੋਟੇ ਦੁਕਾਨਦਾਰ ਨੇ, ਖੇਤ ਮਜ਼ਦੂਰ ਨੇ, ਕਿਰਤੀਆਂ ਨੇ ਇਹ ਮਹਿਸੂਸ ਕੀਤਾ ਕਿ ਕਿੰਨਾ ਚਿਰ ਤੱਕ ਅਸੀਂ ਬਾਰ-ਬਾਰ ਖੈਰਾਤ ਲੈਣ ਦੀ ਜਾਂ ਭੀਖ ਲੈਣ ਦੀ ਲੜਾਈ ਲੜਾਂਗੇ। ਇਹਦੇ ਤੋਂ ਬਿਹਤਰ ਨਹੀਂ ਹੈ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ, ਕਿ ਸਾਡੇ ਕੋਲ ਆਪਣੀ ਜਿੰਸ ਦੇ ਭਾਅ ਤੈਅ ਕਰਨ ਦਾ ਜਿਹੜਾ ਉਹ ਅਧਿਕਾਰ ਹੋਵੇ ਤੇ ਜੇਕਰ ਸਟੇਟ ਕੀਮਤ ਸੂਚਕ ਅੰਕ ਦੇ ਨਾਲ ਸਾਡੀ ਜਿੰਸ ਨੂੰ ਨਹੀਂ ਜੋੜਦੀ ਤਾਂ ਅਸੀਂ ਆਪਣੀ ਜਿੰਸ ਦੇ ਜਿਹੜੇ ਭਾਅ ਤੈਅ ਕਰਨ ਦੇ ਕਾਬਲ ਹੋਈਏ। ਉਹਦੇ ਵਾਸਤੇ ਜਿਹੜੀ ਉਸ ਨਜ਼ਰੀਏ ਇਹ ਜਿਹੜੀ ਲੜਾਈ ਹੈ ਇਹ ਹੁਣ ਤੇ ਖੁਦ ਬਖਤਿਆਰੀ ਵੱਲ ਜਿਹੜੀ ਆ ਉਹ ਡਾਈਵਰਟ ਹੁੰਦੀ ਨਜ਼ਰ ਆ ਰਹੀ ਹੈ। ਕਿਸਾਨ ਕਹਿ ਰਹੇ ਵੀ ਇਹ ਅਸੀਂ ਬਿੱਲ ਮੰਗੇ ਨਹੀਂ ਸੀਗੇ, ਸਵਾਮੀਨਾਥਨ ਜਿਹੜਾ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਹੈ ਬਾਰ-ਬਾਰ ਕਿੰਨੀ ਦੇਰ ਤੋਂ ਮੰਗ ਕਰ ਰਹੇ ਆ,
ਉਹ ਤਾਂ ਜਿਹੜੀ ਹੈਗੀ ਹੈ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ ਤੇ ਨਵੇਂ ਕਾਨੂੰਨ ਲਾਗੂ ਕਰਕੇ ਕੇਂਦਰ ਸਰਕਾਰ ਜਿਹੜੀ ਕਹਿ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਆ। ਕਿਵੇਂ ਦੇਖਦੇ ਹੋ? ਬਿਲਕੁਲ ਵੀਰ ਜੀ, ਸਵਾਮੀਨਾਥਨ ਰਿਪੋਰਟ ਦੇ ਵਿੱਚ ਬਕਾਇਦਾ ਤੌਰ ਤੇ ਇਹ ਗੱਲ ਸੀ ਕਿ ਜਿਸ ਤਰ੍ਹਾਂ ਬਿਜ਼ਨਸ ਦੇ ਵਿੱਚ ਜਾਂ ਨੂੰ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ, ਜਿਹੜੇ ਤਨਖਾਹਦਾਰ ਸਰਕਾਰੀ ਜਾਂ ਗੈਰ ਸਰਕਾਰੀ ਮੁਲਾਜ਼ਮ ਨੇ, ਜਿਸ ਤਰ੍ਹਾਂ ਉਹਨਾਂ ਦੀ ਤਨਖਾਹ ਜਿਹੜੀ ਇਨਕਰੀਮੈਂਟ ਲੱਗਦੀ ਹੈ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਭੱਤੇ ਦਿੱਤੇ ਨੇ। ਇਸੇ ਤਰ੍ਹਾਂ ਦੇ ਨਾਲ ਜਿਹੜੀ ਕਿਸਾਨ ਦੀ ਉਪਜ ਹੈ ਉਹਦੇ ਉੱਪਰ ਵੀ ਇੱਕ ਖਾਸ ਪਾਲਿਸੀ ਬਣਾਈ ਜਾਵੇ ਤੇ ਉਸ ਪਾਲਿਸੀ ਦੇ ਮੁਤਾਬਕ ਜਿਹੜੀ ਕਿਸਾਨ ਤਕਰੀਬਨ 1983 ਤੋਂ ਮੰਗ ਕਰਦੇ ਆ ਰਹੇ ਸੀਗੇ ਕਿ ਇਸ ਤਰ੍ਹਾਂ ਦੇ ਨਾਲ ਸਾਡਾ ਕੋਈ ਖੇਤੀ ਕਾਨੂੰਨ ਬਣਾਇਆ ਜਾਵੇ ਕਿ ਕੀਮਤ ਸੂਚਕ ਅੰਕ ਦੇ ਨਾਲ ਜੋੜਿਆ ਜਾਵੇ ਕਿ ਜਿੰਨੀ ਅਨੁਪਾਤ ਦੇ ਵਿੱਚ ਖਾਦਾਂ ਦੀਆਂ ਕੀਮਤਾਂ ਵੱਧਦੀਆਂ ਨੇ, ਜਿੰਨੀ ਅਨੁਪਾਤ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧਦੀਆਂ ਨੇ, ਉਸੇ ਹੀ ਅਨੁਪਾਤ ਦੇ ਨਾਲ ਜਿਹੜੀ ਹੈ ਉਹ ਜਿਣਸ ਦੀ ਕੀਮਤ ਵਧਣੀ ਚਾਹੀਦੀ ਹੈ। ਤੇ ਉਸ ਦੇ ਮੁਤਾਬਕ ਅੱਜ ਕਣਕ ਦਾ ਰੇਟ ਜਿਹੜਾ ਹੈ ਤਕਰੀਬਨ 7200 ਰੁਪਏ ਕੁਇੰਟਲ ਹੋਣਾ ਚਾਹੀਦਾ। ਪਰ ਜਦੋਂ ਹੁਣ ਤੁਸੀਂ ਮਾਰਕੀਟਿੰਗ ਐਕਟ ਨੂੰ ਵਿੱਚੋਂ ਖਤਮ ਕਰ ਦੇਵੋਗੇ, ਇਹਦੇ ਨਾਲ FCI ਵਰਗੇ ਜਿਹੜੇ ਵੱਡੇ ਅਦਾਰੇ ਉਹ ਖਤਮ ਹੋ ਜਾਣਗੇ, ਤਾਂ ਜਿਹੜਾ ਵਪਾਰੀ ਸਨਅਤੀ ਘਰਾਣਾ ਨਿੱਜੀ ਤੌਰ ਤੇ ਹੈ ਉਹ ਤਾਂ ਕਿਤੇ ਨਾ ਕਿਤੇ ਆਪਣੀ ਮਰਜ਼ੀ ਦੇ ਮੁਤਾਬਕ ਹੀ ਉਸ ਚੀਜ਼ ਨੂੰ ਖਰੀਦੇਗਾ। ਤੁਸੀਂ ਕਾਨੂੰਨ ਪੜ੍ਹੇ, ਅਗਰ ਕੇਂਦਰ ਸਰਕਾਰ ਮੰਨ ਲਈਏ ਕੇਂਦਰ ਸਰਕਾਰ ਹੂ ਬਹੂ ਲਾਗੂ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਤਾਂ ਕੀ ਹਾਲਾਤ ਹੋਣਗੇ ਪੰਜਾਬ ਦੇ, ਹਰਿਆਣੇ ਦੇ, ਬਾਕੀ ਸਟੇਟਾਂ 'ਚ ਤਾਂ ਕਿਉਂਕਿ MSP ਲਾਗੂ ਨਹੀਂ ਸੀ, ਪੰਜਾਬ ਹਰਿਆਣੇ ਦੇ ਉੱਤੇ ਸੀਗੀ, ਕੀ ਹਾਲਾਤ ਹੋਣਗੇ, ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਿਸਾਨ ਕੀ ਕਰਨਗੇ ਫਿਰ? ਵੇਖੋ, ਕਿਸਾਨ ਜਥੇਬੰਦੀਆਂ ਕਿਵੇਂ ਦਾ ਸੰਘਰਸ਼ ਲੀਕਦੀਆਂ ਇਹ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ ਇਹ ਸਵਾਲ ਦਾ ਜਿਹੜਾ ਜਵਾਬ ਹੈ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਇੰਨਾ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਾਜ਼ਗਾਰ ਨਹੀਂ ਰਹਿਣਗੇ, ਕਿਉਂਕਿ ਜੇਕਰ ਪੰਜਾਬ ਦੇ ਵਿੱਚ ਇਹ ਜਿਹੜੀਆਂ ਰਿਆਇਤਾਂ ਜਾਂ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਕੀਤੇ ਜਾਂਦੇ ਤੇ ਜਿਹੜੀਆਂ ਪਹਿਲਾਂ ਖੇਤੀ ਉੱਪਰ ਰਿਆਇਤਾਂ ਸੀ ਅੱਗੇ ਬੜੀਆਂ ਘੱਟ ਸੀਗੀਆਂ, ਜੇਕਰ ਉਹ ਨਹੀਂ ਦਿੱਤੀਆਂ ਜਾਂਦੀਆਂ ਤੇ ਪੰਜਾਬ ਦੀ ਆਰਥਿਕਤਾ ਇੰਨੀ ਜ਼ਿਆਦਾ ਤਬਾਹੀ ਦੇ ਕਗਾਰ ਦੇ ਉੱਪਰ ਚਲੀ ਜਾਵੇਗੀ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਇਸ ਸੰਘਰਸ਼ ਨੂੰ ਇੱਕ ਵੱਡਾ ਉਗਰ ਰੂਪ ਦੇਣ ਦੇ ਵਾਸਤੇ ਮਜਬੂਰ ਹੋ ਜਾਵੇਗਾ। ਕੇਂਦਰ ਸਰਕਾਰ ਵੱਲੋਂ ਜਿਵੇਂ ਧਾਰਾ 370 ਤੋੜੀ ਗਈ ਹੈ, ਪੰਜਾਬੀ ਖਤਮ ਕਰ ਦਿੱਤੀ ਜੰਮੂ ਕਸ਼ਮੀਰ 'ਚ, ਇਹ ਜਿਹੇ ਲੋਕ ਵਿਰੋਧੀ ਜੋ ਫੈਸਲੇ ਕੀਤੇ ਜਾ ਰਹੇ ਕੇਂਦਰ ਸਰਕਾਰ ਵੱਲੋਂ, ਕਿਵੇਂ ਦੇਖਦੇ ਹੋ? ਕੀ ਏਜੰਡਾ ਕੀ ਹੈ ਇਹਦੇ ਪਿੱਛੇ BJP ਦਾ? ਮੈਨੂੰ ਲੱਗਦਾ ਹੈ ਕਿ ਸਭ ਤੋਂ ਘਾਤਕ ਏਜੰਡਾ ਇਹ ਹੈ ਕਿ ਏਕਾ ਕੇਂਦਰਿਤ ਰਾਜ ਸੱਤਾ ਦੇ ਵਿੱਚ ਧਰਮ ਦੀ ਗੱਲ ਨੂੰ ਲੈ ਕੇ ਆਉਣਾ ਕਿ ਹਿੰਦੂਤਵ, ਹਿੰਦੀ ਭਾਸ਼ਾ, ਹਿੰਦੁਸਤਾਨ ਦੀ ਗੱਲ ਕਰਨੀ। ਅਜੇ ਤੱਕ ਉਹ ਸਟੇਟ ਦੀ ਇਸ ਮਾਨਸਿਕਤਾ ਨੂੰ ਸਮਝਣ ਨੂੰ ਤਿਆਰ ਹੀ ਨਹੀਂ ਹੈਗੇ ਕਿ ਇਹ ਬਹੁ ਕੇਂਦਰਿਤ ਦੇਸ਼ ਹੈ, ਇੱਥੇ ਵੱਖ-ਵੱਖ ਸੱਭਿਆਚਾਰਾਂ ਦੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਹਰ ਖਿੱਤਿਆਂ ਦੇ ਵਿੱਚ ਲੋਕਾਂ ਦੇ ਇੱਕ ਆਪਣਾ ਸੱਭਿਆਚਾਰ ਆ। ਤੁਸੀਂ ਉਹਨਾਂ ਨੂੰ ਇੱਕ ਸਾਰਤਾ ਦੇ ਵਿੱਚ, ਇੱਕ ਸੂਤਰ ਦੇ ਵਿੱਚ ਨਹੀਂ ਪਰੋ ਸਕਦੇ। ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਸਰਵਾਈਵ ਕਰਨ ਦਾ ਮੌਕਾ ਦੇਣਾ ਹੀ ਅਸਲ ਰੂਪ ਵਿੱਚ ਲੋਕਤੰਤਰ ਹੈ। ਸੋ ਮੇਰੇ ਖਿਆਲ ਦੇ ਨਾਲ ਦੋ ਸ਼ਬਦਾਂ ਦੇ ਵਿੱਚ ਇਹ ਲੋਕਤੰਤਰ ਦੀ ਹੱਤਿਆ ਹੈ। ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹੈ, ਪਹਿਲਾਂ ਇਹਨਾਂ ਨੇ ਕਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਇੱਕ ਦੇਸ਼ ਇੱਕ ਮੰਡੀ ਦੀ ਗੱਲ ਹੋ ਗਈ। ਕੀ ਲੱਗਦਾ ਅਗਲਾ ਏਜੰਡਾ 2025 ਦੇ ਵਿੱਚ RSS ਦਾ ਜਿਹੜਾ ਸਥਾਪਨਾ ਦਿਵਸ ਆ 100ਵਾਂ, ਕੀ ਲੱਗਦਾ ਉਦੋਂ ਤੱਕ ਜਿਹੜਾ ਹੈਗਾ ਇਹ ਏਜੰਡਾ ਅਗਲਾ, ਜਿਵੇਂ ਚਰਚਾ ਚੱਲ ਰਹੀ ਹੈ ਸਿੱਖ ਬੁੱਧੀਜੀਵੀਆਂ ਦੇ ਵਿੱਚ ਵੀ ਇਹਨਾਂ ਨੇ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਹੈ, ਕਿਵੇਂ ਦੇਖਦੇ ਹੋ? ਮੈਨੂੰ ਤਾਂ ਲੱਗਦਾ ਹੈ ਕਿ ਰਸਮੀ ਐਲਾਨ ਬੇਸ਼ੱਕ ਰਹਿ ਗਿਆ ਹੋਵੇ, ਪਰ ਦਰਅਸਲ ਜਿਸ ਤਰ੍ਹਾਂ ਦੇ ਨਾਲ ਧਾਰਾ 370 ਦਾ ਖਤਮ ਹੋਣਾ, CAA ਦਾ ਆ ਜਾਣਾ, ਉਸ ਤੋਂ ਬਾਅਦ ਜੋ ਕੁਝ ਵੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇੱਕ ਭਾਸ਼ਾਈ ਸੂਬਿਆਂ ਦੇ ਵਿੱਚ ਜਿਹੜੀ ਨੀਤੀ ਉਸ ਨੂੰ ਅਪਣਾਇਆ ਜਾਣਾ, ਇਹ ਸਭ ਕੁਝ ਜੋ ਤੁਸੀਂ ਵੇਖ ਰਹੇ ਹੋ ਆ ਜਾ ਕੇ ਤਾਂ ਪੜਾ ਦੜ ਪਰਾ ਉਸੇ ਹੀ ਮਨੋਰਥ ਨੂੰ ਪੂਰੀਆਂ ਕਰਨ ਦੀਆਂ ਜਿਹੜੀਆਂ ਕਵਾਇਦਾਂ ਨੇ। ਪਰ 2025 ਤੱਕ ਜਿਸ ਤਰ੍ਹਾਂ ਉਹ ਕਹਿ ਰਹੇ ਨੇ, ਪਰ ਜੇਕਰ ਉਹਨਾਂ ਨੇ ਆਪਣੀਆਂ ਨੀਤੀਆਂ ਇਸੇ ਤਰ੍ਹਾਂ ਦੇ ਨਾਲ ਰੱਖੀਆਂ ਤੇ ਮੈਨੂੰ ਇੰਝ ਲੱਗਦਾ ਹੈ ਕਿ ਜਿਹੜੇ ਸੂਬਿਆਂ ਦੇ ਵਿੱਚ ਇੱਕ ਬਹੁਤ ਵੱਡਾ ਬਗਾਵਤ ਦਾ ਰੁਖ ਜਿਹੜਾ ਉਹ ਤਿਆਰ ਹੋਵੇਗਾ, ਕਿਉਂਕਿ ਕੋਈ ਵੀ ਸੂਬਾ ਨਹੀਂ ਚਾਹੁੰਦਾ ਕਿ ਉਹਦੇ ਸਟੇਟ ਦੇ ਵਿੱਚ ਜਿਹੜਾ ਇੱਕ ਵੱਖਰਾ ਸੱਭਿਆਚਾਰ ਆ ਉਹ ਕਿਸੇ ਤਰ੍ਹਾਂ ਜਿਹੜਾ ਵਾ ਉਹ ਸਟੇਟ ਦੇ ਉਸ ਇੱਕ ਖਾਸ ਹਿੰਦੂਤਵ ਦੇ ਢਾਂਚੇ ਵਿੱਚ ਦੱਬ ਜਾਵੇ। ਮੰਨ ਲਈ ਅਗਰ ਏਜੰਡਾ ਇਹੀ ਆ RSS ਦਾ ਵੀ ਜਿਹੜਾ ਹੈਗਾ ਹਿੰਦੂ ਰਾਸ਼ਟਰ ਲਾਗੂ ਕਰਨਾ, ਪਰ ਬਾਕੀ ਧਰਮ ਜਿਹੜੇ ਖਤਰੇ ਦੇ ਵਿੱਚ ਆ, ਕਿੰਨੇ ਕੁ ਜਾਗਰੂਕ ਹੋ ਚੁੱਕੇ ਆ, ਕਿੰਨੇ ਕੁ ਜਾਗਰੂਕ ਹੈਗੇ ਆ, ਕਿਵੇਂ ਮੰਨਦੇ ਹੋ? ਵੇਖੋ, ਮੈਨੂੰ ਸ਼ਹੀਨ ਬਾਗ ਤੋਂ ਇੰਝ ਮਹਿਸੂਸ ਹੋਇਆ ਕਿ ਇਸਲਾਮ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਆਪਣੇ ਹੱਕਾਂ ਪ੍ਰਤੀ ਕਾਫੀ ਜਾਗਰੂਕ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਬਹੁਜਨ ਸਮਾਜ ਦੇ ਨਾਲ ਸੰਬੰਧਿਤ ਜਦੋਂ ਵੀਰਾਂ ਨੂੰ ਮਿਲਦੇ ਹਾਂ ਤੇ ਉਹਨਾਂ ਤੋਂ ਵੀ ਪਤਾ ਲੱਗਦਾ ਹੈ ਕਿ ਜਿੰਨੇ ਵੀ ਖਾਸ ਕਰਕੇ ਭੀਮ ਰਾਓ ਅੰਬੇਦਕਰ ਜੀ ਹੁਣਾਂ ਦੇ ਨਾਲ ਜੁੜੀਆਂ ਹੋਈਆਂ ਸਭਾ ਸੁਸਾਇਟੀਆਂ ਨੇ, ਉਹਨਾਂ ਦੇ ਵਿੱਚ ਕਾਫੀ ਨੌਜਵਾਨ ਐਸੇ ਜਾਗਰੂਕ ਨੇ ਜਿਹੜੇ ਹੁਣ ਇਹ ਮਨੂ ਸਿਮਰਤੀ ਵਰਗੇ ਕਾਨੂੰਨਾਂ ਨੂੰ ਜਿਹੜੇ ਦੇਸ਼ ਦੇ ਵਿੱਚ ਅਸਰਅੰਦਾਜ਼ ਨਹੀਂ ਹੋ ਦੇਣਗੇ। ਇਸੇ ਤਰ੍ਹਾਂ ਜਦੋਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਉਹ ਵਰਗ ਵੀ ਆਪਣੇ ਆਪ ਦੇ ਵਿੱਚ ਬਹੁਤ ਸੁਚੇਤ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਵੀ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਅਸਰਅੰਦਾਜ਼ ਹੋ ਰਹੀਆਂ ਨੇ, ਲੋਕਾਂ ਦੇ ਵਿੱਚ ਚੇਤਨਤਾ ਤੇ ਰੂਹ ਵੀ ਜਾਗ ਰਿਹਾ। ਜਿਵੇਂ ਆਪਣੇ ਧਰਮ ਦੇ, ਆਪਣੇ ਵਿਰਸੇ ਦੇ ਉੱਤੇ ਜਿਹੜਾ ਹੈਗਾ ਅਟੈਕ ਕੀਤਾ ਜਾ ਰਿਹਾ, ਇੱਕ ਕੀ ਮੰਨਦੇ ਹੋ ਕਿਵੇਂ ਲੜ ਕੇ ਜਿਹੜਾ ਕਿਵੇਂ ਬਚਾਇਆ ਜਾ ਸਕਦਾ, ਕੀ ਰਣਨੀਤੀ ਹੋਣੀ ਚਾਹੀਦੀ ਹੈ ਅੱਗੇ ਨੌਜਵਾਨਾਂ ਦੇ ਵਿੱਚ? ਵੇਖੋ, ਰਣਨੀਤੀ ਤੇ ਇਹੀ ਹੈ ਕਿ ਜਦੋਂ ਤਲਵਾਰ ਦੀ ਜੰਗ ਸੀ, ਪੰਜਾਬ ਨੇ ਹਮੇਸ਼ਾ ਤਲਵਾਰ ਦੀ ਜੰਗ ਨੂੰ ਬਖੂਬੀ ਲੜਿਆ। ਹੁਣ ਜੰਗ ਵਿਚਾਰ ਦੀ ਹੈ ਤੇ ਉਸ ਵਿਚਾਰ ਦੀ ਜੰਗ ਨੂੰ ਲੜਨ ਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਕਿਤਾਬਾਂ ਜ਼ਰੂਰ ਹੋਣ, ਤੁਹਾਡੇ ਕੋਲ ਵਿੱਦਿਆ ਹੋਵੇ, ਤੁਹਾਡੇ ਕੋਲ ਚੇਤਨਤਾ ਹੋਵੇ, ਤੁਹਾਡੇ ਕੋਲ ਜਾਗਰੂਕਤਾ ਹੋਵੇ, ਰੋਸ਼ਨ ਦਿਮਾਗੀ ਹੋਵੇ, ਜਿਹਦੇ ਨਾਲ ਜੇਕਰ ਸਟੇਟ ਦੇ ਵੱਲੋਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਤੇ ਉਹਨਾਂ ਹਮਲਿਆਂ ਨੂੰ ਅਸੀਂ ਪਛਾੜ ਸਕੀਏ। ਗੱਲ ਸੰਘਰਸ਼ ਕਿਸਾਨੀ ਸੰਘਰਸ਼ ਤੋਂ ਤੁਰੀ ਸੀ, ਉੱਥੇ ਆ ਜਾਂਦੇ ਪਏ। ਜਿਵੇਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ, 12 ਨਵੰਬਰ ਤੱਕ ਟ੍ਰੇਨਾਂ ਰੋਕ ਦਿੱਤੀਆਂ
ਕੀਤੀਆਂ ਗਈਆਂ। ਕਿਸਾਨਾਂ ਨੂੰ ਪਹਿਲਾਂ ਟਰੈਕ ਤੋਂ ਉਠਾਇਆ, ਫਿਰ ਪਲੇਟਫਾਰਮ ਤੋਂ ਉਠਾਇਆ, ਹੁਣ ਕਹਿੰਦੇ ਸਟੇਸ਼ਨਾਂ ਤੋਂ ਬਾਹਰ ਹੀ ਚਲੇ ਜਾਓ। ਕੀ ਲੱਗਦਾ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਟ੍ਰੇਨਾਂ ਭੇਜੇਗੀ ਜਾਂ ਕਿਸਾਨਾਂ ਦਾ ਜਿਹੜਾ 26-27 ਦਾ ਪ੍ਰੋਗਰਾਮ ਆ ਉਹਨੂੰ ਜਿਹੜਾ ਖਤਮ ਕਰਾਉਣ ਦੀ ਕੋਸ਼ਿਸ਼ ਹੈ? ਵੇਖੋ, ਇੱਕ ਬੜੀ ਅਹਿਮ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਜਿਹੜੀਆਂ ਸਟੇਟਾਂ ਨੇ ਉਹ ਨਰੇਟਿਵ ਕਿਵੇਂ ਸਿਰਜਦੀਆਂ ਨੇ। ਉਹਦੇ ਵਾਸਤੇ ਹੁਣ ਵੇਖੋ ਲੋਕਾਂ 'ਚ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਕਿਸਾਨਾਂ ਦੇ ਅੰਦੋਲਨ ਕਰਕੇ ਕੋਲਾ ਨਹੀਂ ਆ ਰਿਹਾ। ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜੇ ਥਰਮਲ ਪਲਾਂਟ ਸੀ ਉਹ ਵੱਡੇ ਸਨਅਤੀ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਸੀ। ਪੰਜਾਬ ਦੇ ਵਿੱਚ ਕੋਲਾ ਮੰਗਵਾ ਕੇ ਬਿਜਲੀ ਪੈਦਾ ਕਰਨ ਦੇ ਨਾਲੋਂ 12 ਸਟੇਟਾਂ ਤੋਂ ਲਈ ਬਿਜਲੀ ਜਿਹੜੀ ਉਹ ਸਸਤੀ ਪੈਂਦੀ ਹੈ। ਸੋ ਇਸ ਕਰਕੇ ਇਹ ਪਹਿਲਾਂ ਹੀ ਪੰਜਾਬ ਦੇ ਸਿਰ ਬੋਝ ਸੀਗਾ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਬਹੁਤੀਆਂ ਜਥੇਬੰਦੀਆਂ ਨੇ ਰੇਲ ਟਰੈਕ ਖਾਲੀ ਕੀਤੇ ਨੇ। ਉਹਦੇ ਬਾਵਜੂਦ ਵੀ ਜਿਹੜੀ ਕੇਂਦਰ ਦੀ ਜਿੱਦ ਹੈ ਉਹ ਇਹ ਦਰਸਾਉਂਦੀ ਹੈ ਕਿ ਉਹ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਪੂਰਾ ਤਾਂ ਕੀ ਕਰਨਾ, ਆ ਜਾ ਕੇ ਪੰਜਾਬ ਦੀ ਮਾਨਸਿਕਤਾ ਨੂੰ ਦਬਾਉਣਾ ਚਾਹੁੰਦੀ ਹੈ। ਸੋ ਇਹਦੇ ਵਿੱਚ ਮੈਂ ਕਹਿੰਦਾ ਕਿ ਇਸ ਕਸ਼ਮਕਸ਼ ਦੇ ਵਿੱਚ ਸੰਘਰਸ਼ ਤਾਂ ਪੈਦਾ ਹੋ ਸਕਦਾ, ਪਰ ਕੇਂਦਰ ਕਿਤੇ ਵੀ ਇਮਾਨਦਾਰ ਮਹਿਸੂਸ ਨਹੀਂ ਹੋ ਰਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਹੱਕਾਂ ਦਾ ਜਿਹੜਾ ਉਹ ਮੁੱਲ ਦੇ ਸਕੇ। ਕਿਸਾਨਾਂ ਦਾ ਇਹ ਮੰਨਣਾ ਹੈ ਕਿ ਜੇ ਟ੍ਰੇਨਾਂ ਰੋਕੀਆਂ ਗਈਆਂ ਇਹ ਕਿਸਾਨਾਂ ਨੂੰ ਬਦਨਾਮ ਕਰਨ ਕਰਕੇ ਰੋਕੀਆਂ ਗਈਆਂ ਤੇ ਸ਼ਹਿਰੀ ਲੋਕਾਂ ਦੇ ਕਿਸਾਨਾਂ ਦੇ ਵਿਚਕਾਰ ਇੱਕ ਵਿਵਾਦ ਪੈਦਾ ਕਰਨ ਨੂੰ ਲੈ ਕੇ ਰੋਕੀਆਂ ਗਈਆਂ। ਕਿਵੇਂ ਦੇਖਦੇ ਹੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ, ਪੰਜਾਬ ਦੇ ਨਾਲ ਇਸ ਤਰ੍ਹਾਂ ਵਿਤਕਰਾ ਕਿੰਨਾ ਕੁ ਜਾਇਜ਼ ਆ? ਵੇਖੋ, ਪੰਜਾਬ ਦੇ ਨਾਲ ਵਿਸਾਖਘਾਤਾਂ ਦੀ ਲੜੀ ਤਾਂ ਬਹੁਤ ਪੁਰਾਣੀ ਹੈ ਕਿ ਤੁਸੀਂ ਵੇਖਦੇ ਹੋ ਕਿ 1950 ਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਜਾਂਦਾ ਤੇ ਉਹਦੇ ਤੋਂ ਬਾਅਦ ਦਰਜਾ ਬਦਰਜਾ ਜਿੰਨਾ ਕੁਝ ਵੀ ਹੋਇਆ, ਚਾਹੇ ਪੰਜਾਬੀ ਸੂਬੇ ਦੀ ਗੱਲ ਸੀ, ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਪੰਜਾਬ ਦੀ ਬੋਲੀ ਦੀ ਗੱਲ ਸੀ, ਆਰੀਆ ਸਮਾਜੀਆਂ ਵੱਲੋਂ ਸਿੱਖ ਧਰਮ ਤੇ ਹਮਲਾ ਸੀ, ਉਹ ਜੋ ਕੁਝ ਸੀ ਸਾਰੇ ਵਿਸਾਖਘਾਤ ਸੀ। ਹੁਣ ਵੀ ਉਹਨਾਂ ਵਿਸਾਖਘਾਤਾਂ ਦੀ ਲੜੀ ਦੇ ਵਿੱਚ ਇੱਕ ਨਵਾਂ ਵਿਸਾਖਘਾਤ ਜਿਹੜਾ ਉਹ ਹੀ ਸ਼ਾਮਲ ਹੋਇਆ। ਕਿਸਾਨਾਂ ਦੀ ਸਵਾਲ ਕੀਤਾ ਸੀਗਾ ਕਿ ਕਿਸਾਨ ਕਹਿੰਦੇ ਆ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਜਾਂ ਪਾੜ ਪਾਉਣ ਦੀ ਗੱਲ ਆਮ ਲੋਕਾਂ ਦੇ ਨਾਲ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਆ। ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਵਾਸਤੇ ਤੇ ਲੋਕਾਂ ਨੂੰ ਸੰਘਰਸ਼ ਨਾਲੋਂ ਤੋੜਨ ਦੇ ਵਾਸਤੇ ਇਵੇਂ ਦਾ ਵਰਤਾਂਤ ਸਿਰਜਿਆ ਜਾ ਰਿਹਾ ਕਿ ਜੇ ਬੱਤੀ ਬੰਦ ਹੁੰਦੀ ਹੈ ਜਾਂ ਦੀਵਾਲੀ ਦੇ ਕਰਕੇ ਛੋਟੀਆਂ ਜਿਹੜੀਆਂ ਲੋਕ ਨੇ ਉਹ ਆਪਣੀਆਂ ਦੁਕਾਨਦਾਰੀ ਤੋਂ ਪ੍ਰਭਾਵਿਤ ਹੋਣਗੇ, ਤਾਂ ਜਿਹੜਾ ਸਾਰਾ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਲੋਕ ਨੇ ਉਹਦੇ ਵਿੱਚ ਜ਼ਿੰਮੇਵਾਰ ਕਿਸਾਨ ਨੇ। ਜਦੋਂ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਤੇ ਸਟੇਟ ਨੂੰ ਸਮਝਣੀ ਚਾਹੀਦੀ ਹੈ ਨਾ ਕਿ ਤੁਸੀਂ ਕਿਸਾਨਾਂ ਦੇ ਨਾਲ ਵਿਸਾਖਘਾਤ ਕਰ ਰਹੇ ਹੋ ਤੇ ਕਿਸਾਨ ਅੰਦੋਲਨ ਕਰ ਰਿਹਾ। ਸੋ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਤੁਸੀਂ ਕਹਿੰਦੇ ਸਿਰਫ 2% ਲੋਕ ਨਿਕਲੇ ਸੰਘਰਸ਼ ਦੇ ਵਿੱਚ, ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ, ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਏ, ਤਾਂ ਕਿ ਕਿਸਾਨਾਂ ਦੇ ਹੱਕ ਜਿਹੜੇ ਹੈਗੇ ਬਚਾਏ ਜਾ ਸਕਣ? ਬਿਲਕੁਲ ਜੀ, ਮੈਂ ਤਾਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬੇਨਤੀ ਕਰਨਾ ਚਾਹੂੰਗਾ ਕਿ ਵੇਖੋ, ਪੰਜਾਬ ਕਿਸਾਨ ਦੀ ਰੀੜ੍ਹ ਦੀ ਹੱਡੀ ਹੈ ਤੇ ਰੀੜ੍ਹ ਦੀ ਹੱਡੀ ਜਿਹੜੀ ਹੈ ਉਹ ਨੁਕਸਾਨਦੇਹ ਹੋ ਜਾਵੇ ਤੇ ਬਾਕੀ ਅੰਗ ਪੈਰਾਂ ਦਾ ਹਿੱਲਣਾ ਔਖਾ ਹੋ ਜਾਂਦਾ, ਬੰਦਾ ਮੰਜੇ ਤੇ ਪੈ ਜਾਂਦਾ। ਸੋ ਜੇਕਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨ ਹੈ ਤੇ ਸਾਰੇ ਵੀਰਾਂ ਭਰਾਵਾਂ ਨੂੰ ਜਿੰਨੇ ਵੀ ਇਸ ਫਿਰ ਕਹਿਣਾ ਕਿ ਪੰਜਾਬ ਦੇ ਅੰਗ ਨੇ ਉਹਨਾਂ ਸਾਰਿਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ। ਬਿਲਕੁਲ ਜੀ, ਇਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਆਮ ਲੋਕਾਂ ਨੂੰ ਕਿ ਇਸ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ, ਕਿਉਂਕਿ ਜੇ ਕਿਸਾਨ ਹੈ ਤਾਂ ਸਮੁੱਚੇ ਲੋਕ ਨੇ, ਕਿਉਂਕਿ ਕਿਸਾਨ ਅੰਨ ਪੈਦਾ ਕਰਦਾ ਹੈ। ਜੇ ਕਿਸਾਨ ਅੰਨ ਨਹੀਂ ਪੈਦਾ ਕਰੇਗਾ ਤਾਂ ਦੇਸ਼ ਦੇ ਵਿੱਚ ਭੁੱਖਮਰੀ ਹੋ ਸਕਦੀ ਆ, ਦੇਸ਼ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਨੇ। ਤੇ ਇਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਖੜੋ ਤੇ 26-27 ਨੂੰ ਜੋ ਦਿੱਲੀ ਜਾਣ ਦਾ ਪ੍ਰੋਗਰਾਮ ਲਿਖਿਆ ਗਿਆ ਉਸ ਦੇ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੇ ਜਿਹੜੇ ਸੰਘਰਸ਼ ਨੂੰ ਜਿਹੜੀ ਹੈਗੀ ਜਿੱਤ ਦੇ ਵਿੱਚ ਜ਼ਰੂਰ ਬਦਲਿਆ ਜਾਵੇ। ਆਕਾਸ਼ ਮਾਹੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।